ਰਾਜਪਾਲ ਦੀ ਇੱਕ ਚਿੱਠੀ, ਗੁਪਤ ਚਿੱਠੀ ਕੇਂਦਰ ਵੱਲੋਂ ਚਲੀ ਗਈ ਹੈ। ਚਿੱਠੀ ਦੇ ਵਿੱਚ ਕੀ ਕੁਝ ਲਿਖਿਆ ਹੈ ਤੇ ਜਿਸ ਤੋਂ ਬਾਅਦ ਸਿਆਸੀ ਭੁਚਾਲ ਆ ਚੁੱਕਿਆ ਹੈ। ਆਖਿਰ ਇਸ ਚਿੱਠੀ ਦੇ ਵਿੱਚ ਐਸਾ ਰਾਜਪਾਲ ਨੇ ਲਿਖ ਕੀ ਦਿੱਤਾ ਹੈ, ਗੱਲਬਾਤ ਇਹਦੇ ਉੱਪਰ ਕਰਾਂਗੇ। ਤੇ ਉਧਰ ਗੱਲਬਾਤ ਕਰਾਂਗੇ ਰਾਜਾ ਵੜਿੰਗ ਦੇ ਇੱਕ ਨਵੇਂ ਬਿਆਨ ਦੀ, ਜਿਸ ਬਿਆਨ ਤੋਂ ਬਾਅਦ ਪੰਜਾਬ ਦੀਆਂ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਇੱਕ ਨਵੀਂ ਚਰਚਾ ਨੇ ਜਨਮ ਲਿਆ ਹੈ। ਆਖਿਰ ਰਾਜਾ ਵੜਿੰਗ ਦਾ ਬਿਆਨ ਕੀ ਹੈ ਤੇ ਇਸ ਬਿਆਨ ਦੇ ਮਾਇਨੇ ਕੀ ਨੇ, ਗੱਲਬਾਤ ਇਹਦੇ ਉੱਪਰ ਵੀ। ਤੇ ਉਧਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ 2000 ਤਿਆਰੀਆਂ ਦੀ ਮੱਦੇਨਜ਼ਰ ਆਪਣੇ ਪੱਤੇ ਖੋਲਦਿਆਂ ਹੋਇਆਂ ਆਪਣੇ ਹਲਕਾ ਇੰਚਾਰਜ ਥਾਪ ਦਿੱਤੇ ਗਏ ਨੇ। ਕੀ ਇਹ ਹਲਕਾ ਇੰਚਾਰਜ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਹੋਣਗੇ 2024 ਦੇ ਲਈ ਜਾਂ ਫਿਰ ਨਹੀਂ, ਗੱਲਬਾਤ ਇਸ ਦੇ ਉੱਪਰ ਵੀ। ਤੇ ਉਧਰ ਗੱਲਬਾਤ ਕਰਾਂਗੇ RSS ਦੇ ਮੁਖੀ ਮੋਹਨ ਭਾਗਵਤ ਦੀ, ਜਿਨ੍ਹਾਂ ਨੇ ਪੰਜਾਬ ਦਾ ਇੱਕ ਗੇੜਾ ਲਾਇਆ। ਆਖਰ ਇਸ ਗੇੜੇ ਦੇ ਮਾਇਨੇ ਕੀ ਨੇ ਤੇ ਆਖਰ ਉਹ ਪੁੱਜੇ ਕਿੱਥੇ ਨੇ, ਗੱਲਬਾਤ ਇਸ ਦੇ ਵੀ ਕਰਾਂਗੇ। ਸਤਿ ਸ਼੍ਰੀ ਅਕਾਲ, ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਵੇਖ ਰਹੇ ਹੋ ਖਬਰ ਸਵੇਰ। ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਅਣਖੀ ਜੀ, ਸਵਾਗਤ ਹੈ ਪ੍ਰੋਗਰਾਮ 'ਚ। बहुत बहुत शुक्रिया मान साहब, सारे सत श्री अकाल। ਅਣਖੀ ਸਰ, ਖਬਰ ਰਾਜਪਾਲ ਵਾਲੀ ਬੜੀ ਅਹਿਮ ਹੈ ਕਿਉਂਕਿ ਰਾਜਪਾਲ ਦਾ ਤੇ ਮੁੱਖ ਮੰਤਰੀ ਦਾ ਆਪਾਂ ਨੂੰ ਪਤਾ ਹੀ ਹੈ ਪਿਆਰ ਕਿੰਨਾ ਚੱਲ ਰਿਹਾ ਹੈ। ਆਪਾਂ ਉਸ ਖਬਰ ਦੀ ਚਰਚਾ ਬਾਅਦ 'ਚ ਕਰਾਂਗੇ, ਲੇਕਿਨ ਇੱਕ ਬੜੀ ਅਹਿਮ ਖਬਰ ਰਾਜਾ ਵੜਿੰਗ ਦੇ ਬਿਆਨ ਦੇ ਨਾਲ ਜੁੜੀ ਹੋਈ। ਕਿਉਂਕਿ ਜੇ ਆਪਾਂ 4 ਜਾਂ 5 ਦਿਨ ਪਹਿਲਾਂ ਦੀ ਗੱਲ ਕਰੀਏ, ਰਾਜਾ ਵੜਿੰਗ ਸਾਹਿਬ ਪ੍ਰਧਾਨ ਸਾਹਿਬ ਪੰਜਾਬ ਕਾਂਗਰਸ ਦੇ ਜਾਂ ਫਿਰ LOP ਲੀਡਰ ਤਿੱਖੇ ਤੇਵਰ ਗੱਠਜੋੜ ਨੂੰ ਲੈ ਕੇ ਵੀ ਸਾਡਾ ਕੋਈ ਗੱਠਜੋੜ ਨਹੀਂ, ਅਸੀਂ 13 ਦੀਆਂ 13 ਸੀਟਾਂ ਦੇ ਉੱਪਰ ਲੜਨ ਜਾ ਰਹੇ ਹਾਂ। ਤੇ ਦੂਸਰੇ ਪਾਸੇ ਹੁਣ ਕੱਲ ਬਿਆਨ ਆਉਂਦਾ ਹੈ ਵੀ ਅਸੀਂ ਹਾਈ ਕਮਾਨ ਤੋਂ ਬਾਹਰ ਨਹੀਂ, ਹਾਈ ਕਮਾਨ ਜਿਹੜਾ ਫੈਸਲਾ ਕਰੇਗੀ ਸਾਨੂੰ ਮਨਜ਼ੂਰ ਹੋਏਗਾ। ਇਸ ਬਿਆਨ ਦੇ ਮਾਇਨੇ ਕੀ ਨੇ? ਆਖਰ ਇੱਕਦਮ 4 ਦਿਨ ਪਹਿਲਾਂ ਜਿਹੜੇ ਤਿੱਖੇ ਤੇਵਰਾਂ ਦੇ ਵਿੱਚ ਗੱਠਜੋੜ ਨੂੰ ਨਕਾਰਦੇ ਨਜ਼ਰ ਆ ਰਹੇ ਸੀ ਰਾਜਾ ਵੜਿੰਗ, ਆਖਰ ਉਹਨਾਂ ਦੇ ਤੇਵਰ ਠੰਡੇ ਕਿਉਂ ਪੈ ਗਏ? ਬੜਾ ਮਹੱਤਵਪੂਰਨ ਪ੍ਰਸ਼ਨ ਜਿਹੜਾ ਮਾਨ ਸਾਹਿਬ ਤੁਸੀਂ ਕੀਤਾ ਕਿ ਅੱਜ ਤੋਂ ਠੀਕ 4 ਦਿਨ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਚੰਡੀਗੜ੍ਹ ਵਿਖੇ ਮੀਟਿੰਗ ਕਰਦੇ ਆ। ਉੱਥੇ ਮੀਟਿੰਗ ਦੇ ਵਿੱਚ ਵਰਕਰਾਂ ਦੇ, ਜਿਹੜੇ ਸਾਬਕਾ ਮੰਤਰੀਆਂ ਦੇ, ਸਾਬਕਾ ਵਿਧਾਇਕਾਂ ਦੇ ਤਿੱਖੇ ਬੋਲ ਜਿਹੜੇ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਗੱਠਜੋੜ ਨੂੰ ਲੈ ਕੇ ਤਿੱਖੇ ਬੋਲ ਜਿਹੜੇ ਸੁਣਨ ਨੂੰ ਮਿਲਦੇ। ਤੇ ਇੱਥੋਂ ਤੱਕ ਕਈ ਮੰਤਰੀ, ਸਾਬਕਾ ਮੰਤਰੀ ਵਿਧਾਇਕ ਇੱਥੋਂ ਤੱਕ ਕਹਿ ਦਿੰਦੇ ਕਿ ਜੇਕਰ ਗੱਠਜੋੜ ਹੋਇਆ ਤੇ ਅਸੀਂ ਪਾਰਟੀ ਜਿਹੜੀ ਆ ਉਹ ਵੀ ਛੱਡਣ ਨੂੰ ਤਿਆਰ ਹੈਗੇ ਹਾਂ। ਇਹੋ ਜਿਹਾ ਬਿਆਨ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਵੀ ਆਉਂਦਾ, ਜਿਹੜੇ ਤਿੱਖੇ ਤੇਵਰ ਨੇ ਕਿ ਬਿਲਕੁਲ ਅਸੀਂ ਤਾਂ ਇਹਨਾਂ ਨਾਲ ਅੱਗੇ ਬਹਿਣ ਨੂੰ ਤਿਆਰ ਨਹੀਂ ਆ, ਤੁਸੀਂ ਚੋਣਾਂ ਲੜਨ ਤੋਂ ਗੱਲ ਕਰਦੇ ਜੇ। ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਆਇਆ ਤੇ ਫਿਰ ਉਸੇ ਤਰੀਕੇ ਦਾ ਬਿਆਨ ਰਾਜਾ ਵੜਿੰਗ ਦਾ ਉਸੇ ਦਿਨ ਹੀ ਆਉਂਦਾ ਕਿ ਬਿਲਕੁਲ ਅਸੀਂ ਜਿਹੜੀਆਂ ਭਾਵਨਾਵਾਂ ਨੇ, ਵਰਕਰਾਂ ਦੀਆਂ ਭਾਵਨਾਵਾਂ ਅਸੀਂ ਹਾਈ ਕਮਾਨ ਤੱਕ ਪਹੁੰਚਾ ਦਾਂਗੇ ਤੇ ਫਿਰ ਦੇਖਾਂਗੇ ਹਾਈ ਕਮਾਨ ਨੂੰ ਦੱਸ ਦਿੱਤਾ ਜਾਏਗਾ ਕਿ ਕਿਹੋ ਜਿਹੀ ਸਥਿਤੀ ਪੰਜਾਬ 'ਚ ਹੈਗੀ ਆ ਜਾਂ ਪੰਜਾਬ ਦੀ ਕਾਂਗਰਸ ਇਕਾਈ ਕੀ ਚੱਕਦੀ ਹੈ। ਉਦੋਂ ਤੱਕ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਹਾਂ ਭਾਈ ਜਿਹੜੀ ਕਾਂਗਰਸ ਦਾ ਰਾਜ ਇਕਾਈ ਆਪਣੇ ਪੰਜਾਬ ਦੀ, ਇਹ ਪੂਰਨ ਤੌਰ ਤੇ ਇੱਕ ਦਬਾਅ ਦੇ ਵਿੱਚ ਹਾਈ ਕਮਾਨ ਨੂੰ ਮਜਬੂਰ ਕਰ ਦੇ ਕਿ ਇੰਡੀਆ ਅਲਾਇੰਸ ਦੇ ਵਿੱਚ ਕੋਈ ਵੀ ਗੱਠਜੋੜ ਸੀਟਾਂ ਦੇ ਮਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਨਾ ਹੋਵੇ। ਪਰ ਹੁਣ ਦਿਲਚਸਪ ਸਥਿਤੀ ਆ ਕਿ ਕੱਲ ਜਿਹੜਾ ਬਿਆਨ ਆਉਂਦਾ ਕਿ ਉਹੋ ਜਿਹਾ ਬਿਆਨ ਆਉਂਦਾ ਕਿ ਜਿਹੜਾ ਅੱਜ ਤੋਂ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਬਿਆਨ ਦਿੱਤਾ ਕਿ ਹਾਂ ਭਾਈ ਕਾਂਗਰਸ ਦੇ ਕਦੇ ਵੀ ਜਿਹੜੇ ਸਿਪਾਹੀ ਹੁੰਦੇ ਨੇ ਆਪਣੀ ਜਰਨੈਲਾਂ ਦੇ ਫੈਸਲੇ ਦੇ ਕਿੰਤੂ ਪਰੰਤੂ ਨਹੀਂ ਕਰਦੇ, ਵੱਡੇ ਕਾਜ਼ ਵਾਸਤੇ ਛੋਟੇ ਕਾਜ਼ਾਂ ਦੀ ਕੁਰਬਾਨੀ ਜਿਹੜੀ ਦੇਣੀ ਪੈਂਦੀ। ਨਵਜੋਤ ਸਿੰਘ ਸਿੱਧੂ ਦਾ ਇਹ ਬਿਆਨ ਸੀ ਤੇ ਉਹਨਾਂ ਨੇ ਹਮਾਇਤ ਕੀਤੀ ਸੀ ਕਿ ਹਾਂ ਭਾਈ ਗੱਠਜੋੜ ਹੋਣਾ ਚਾਹੀਦਾ। ਹੁਣ ਉਹੋ ਜਿਹਾ ਬਿਆਨ ਜਿਹੜਾ ਆਪਣੇ ਰਾਜਾ ਵੜਿੰਗ ਦਾ ਸਾਹਮਣੇ ਆਉਂਦਾ ਕਿ ਕਾਂਗਰਸ ਹਾਈ ਕਮਾਨ ਦੇ ਹਰ ਫੈਸਲੇ ਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹਿ ਦਿੱਤੀ ਕਿ ਅਜੇ ਤੱਕ ਹਾਈ ਕਮਾਨ ਨੇ ਕਦੇ ਸਾਡੇ ਤੇ ਫੈਸਲਾ ਥੋਪਿਆ ਨਹੀਂ ਹੈ। ਇੱਕ ਡਬਲ ਮਾਈਂਡਡ ਉਹਨਾਂ ਨੇ ਇਹ ਜਿਹੜੀ ਸਟੇਟਮੈਂਟ ਦਿੱਤੀ ਆ। ਪਰ ਉਹਨਾਂ ਦਾ ਪਹਿਲਾ ਬਿਆਨ ਕਿ ਕਾਂਗਰਸ ਦੀ ਹਾਈ ਕਮਾਨ ਦੇ ਅਸੀਂ ਹਰ ਫੈਸਲਾ ਜਿਹੜਾ ਉਹ ਸਿਰ ਝੁਕਾਉਂਦੇ ਆ ਤਾਂ ਉਸ ਦਾ ਸਤਿਕਾਰ ਕਰਦੇ ਤੇ ਮੰਨਣ ਵਾਸਤੇ ਪਾਬੰਦ ਆ। ਆਪਣੇ ਆਪ ਦੇ ਵਿੱਚ ਮਾਨ ਸਾਹਿਬ ਬਹੁਤ ਕੁਝ ਇਹ ਸੰਕੇਤ ਜਿਹੜਾ ਦੇ ਦਿੱਤਾ ਗਿਆ। ਹਾਲਾਂਕਿ ਪੰਜਾਬ ਦੇ ਵਿੱਚ ਹੀ ਨਹੀਂ, ਸੀਟਾਂ ਦੀ ਵੰਡ ਨੂੰ ਲੈ ਕੇ ਹਰਿਆਣੇ ਦੇ ਵਿੱਚ ਵੀ ਇਹ ਸਮੱਸਿਆ ਜਿਹੜੀ ਆ ਉਹ ਚੱਲਦੀ ਪਈ। ਹਰਿਆਣੇ ਦੀਆਂ 10 ਸੀਟਾਂ ਦੇ ਸੰਬੰਧ ਦੇ ਵਿੱਚ ਵੀ ਹੁੱਡਾ ਗਰੁੱਪ ਜਿਹੜਾ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਗੱਠਜੋੜ ਹੋਵੇ, ਕੁਝ ਹਲਕੇ ਜਿਹੜੇ ਉੱਥੋਂ ਦੇ ਨੇ। ਪਰ ਫਿਰ ਵੀ ਹਾਈ ਕਮਾਨ ਮੈਂ ਅੱਗੇ ਵੀ ਪ੍ਰੋਗਰਾਮਾਂ 'ਚ ਗੱਲ ਕਰਦਾ ਹੁੰਦਾ ਕਿ ਇਹ ਅੰਬਾਲੇ ਤੋਂ ਉਰਾਂ ਤਾਂ ਪੰਜਾਬ ਦੀ ਜਿਹੜੀ ਕਾਂਗਰਸ ਬੜੇ ਤਿੱਖੇ ਤੇਵਰ ਵਿਖਾਉਂਦੀ ਆ। ਫਿਰ ਜਦੋਂ ਦਿੱਲੀ ਜਾਂਦੇ ਨੇ ਪ੍ਰਤਾਪ ਸਿੰਘ ਬਾਜਵਾ ਵਰਗੇ ਬੰਦੇ, ਉੱਥੇ ਜਾ ਕੇ ਫਿਰ ਕਹਿ ਦਿੰਦੇ ਠੀਕ ਆ ਜੀ ਕਾਂਗਰਸ ਹਾਈ ਕਮਾਨ ਦਾ ਜੋ ਹੁਕਮ ਆ ਆਪਾਂ ਉਹ ਮੰਨ ਲਿਆ, ਠੀਕ ਆ ਜੀ। ਹੁਣ ਉਹੋ ਜਿਹੀਆਂ ਸਥਿਤੀਆਂ ਮੈਨੂੰ ਲੱਗਦਾ
ਕਿ ਜਿਹੜੀਆਂ ਕਾਂਗਰਸ ਹਾਈ ਕਮਾਨ ਵੱਲੋਂ ਸੰਕੇਤ ਖਾਸ ਤੌਰ ਤੇ ਇਹਨਾਂ ਜਿਹੜੇ ਵਿਰੋਧੀ ਸੁਰਾਂ ਉੱਠ ਰਹੀਆਂ ਸਨ ਕਾਂਗਰਸ ਦੀ ਇਸ ਗੱਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ ਇੱਕ ਸੰਕੇਤ ਜਿਹੜਾ ਉਹਨਾਂ ਨੂੰ ਜ਼ਰੂਰ ਦੇ ਦਿੱਤਾ ਗਿਆ ਕਿ ਹਾਂ ਵੀ ਤੁਸੀਂ ਥੋੜੀ ਜਿਹੀ ਆਪਣੀ ਬਿਆਨਬਾਜ਼ੀ ਜਿਹੜੀ ਆ ਉਹ ਬੰਦ ਰੱਖੋ, ਕਿਉਂਕਿ ਆਉਂਦਿਆਂ ਦਿਨਾਂ ਦੇ ਵਿੱਚ 16 ਤਰੀਕ ਨੂੰ ਜੇ ਮੈਂ ਗਲਤ ਨਾ ਹੋਵਾਂ ਤਾਂ 16 ਤਰੀਕ ਨੂੰ ਫੈਸਲਾ ਜਿਹੜਾ ਸੀਟਾਂ ਦੀ ਵੰਡ ਸੰਬੰਧੀ ਮੀਟਿੰਗ ਜਿਹੜੀ ਉਹ ਹੋਣੀ ਹੈਗੀ ਆ 16 ਸਤੰਬਰ ਨੂੰ। ਤਾਂ ਉਸ ਸੰਦਰਭ ਦੇ ਵਿੱਚ ਤਾਂ ਫਿਰ ਮਾਨ ਸਾਹਿਬ ਇਹ ਕਾਂਗਰਸ ਹਾਈ ਕਮਾਨ ਵੱਲੋਂ ਹੀ ਮੇਰਾ ਖਿਆਲ ਹੈ ਦਿੱਤੀ ਗਈ ਇੱਕ ਝਿੜਕ ਹੋ ਸਕਦੀ ਆ ਜਾਂ ਕੋਈ ਸੰਕੇਤ ਹੋ ਸਕਦਾ ਕਿ ਤੁਸੀਂ ਆਪਣੀ ਬੋਲਬਾਣੀ ਜਿਹੜੀ ਆ ਕੰਟਰੋਲ ਕਰੋ। ਪਰ ਦੂਜਾ ਪਾਸਾ ਇੱਕ ਤਸਵੀਰ ਦਾ ਹੋਰ ਵੀ ਸਾਹਮਣੇ ਆਉਂਦਾ ਕਿ 4 ਦਿਨ ਪਹਿਲਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਤਿੱਖੇ ਤੇਵਰ ਸਾਹਮਣੇ ਆਉਂਦੇ ਆ ਇਸ ਗੱਠਜੋੜ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ। ਔਰ ਬੜੀ ਹੈਰਾਨਗੀ ਦੀ ਗੱਲ ਆ ਕਿ ਭਗਵੰਤ ਮਾਨ ਹੋਣਾ ਨੇ ਅੱਜ ਤੱਕ ਪੰਜਾਬ ਦੇ ਕਈ ਸਾਬਕਾ ਕਾਂਗਰਸੀਆਂ ਮੰਤਰੀਆਂ ਦੇ ਸੰਬੰਧੀ ਬੋਲਦੇ ਆਏ, ਚਾਹੇ ਮਨਪ੍ਰੀਤ ਬਾਦਲ ਹੋਵੇ, ਭਾਰਤ ਭੂਸ਼ਣ, ਬੜੇ ਬੰਦਿਆਂ ਦੇ ਖਿਲਾਫ ਸਾਬਕਾ ਵਿਧਾਇਕ ਜਾਂ ਮੰਤਰੀਆਂ ਦੇ ਖਿਲਾਫ ਬੋਲੇ ਸੀ। ਪਰ ਰਾਜਾ ਵੜਿੰਗ ਦੇ ਖਿਲਾਫ ਕਦੇ ਉਹਨਾਂ ਨੇ ਇੱਕ ਸ਼ਬਦ ਵੀ ਨਹੀਂ ਸੀ ਬੋਲਿਆ ਕਿਉਂਕਿ ਹਾਲਾਂਕਿ ਦੂਜੇ ਪਾਸੇ ਚਰਚਾਵਾਂ ਇਹ ਚੱਲਦੀਆਂ ਰਹੀਆਂ ਸਨ ਕਿ ਰਾਜਾ ਵੜਿੰਗ ਰਾਜਸਥਾਨ ਵਿੱਚ ਜਿਹੜੀਆਂ ਬੱਸਾਂ ਦੇ ਮਾਮਲੇ 'ਚ ਉਹ ਫਸ ਸਕਦੇ ਆ, ਪਰ ਮੁੱਖ ਮੰਤਰੀ ਸਾਹਿਬ ਨੇ ਕਦੇ ਵੀ ਇਹੋ ਜਿਹਾ ਬਿਆਨ ਜਿਹੜਾ ਨਹੀਂ ਸੀ ਦਿੱਤਾ। ਪਰ ਉਦੋਂ ਉਹਨਾਂ ਨੇ ਜਨਤਕ ਤੌਰ ਤੇ ਇਹ ਬਿਆਨ ਦਿੱਤਾ ਕਿ ਜਦੋਂ ਕਿ ਜਿਹੜੀਆਂ ਰਾਜਸਥਾਨ ਦੇ ਵਿੱਚ ਬੱਸਾਂ ਦੀਆਂ ਬਾਡੀਆਂ ਕਿਸ ਤਰੀਕੇ ਨਾਲ ਬਣਾਈਆਂ ਗਈਆਂ ਉਹਦੀ ਵੀ ਕਹਿੰਦਾ ਫਾਈਲਾਂ ਦੀ ਮੇਰੇ ਕੋਲ ਜਾਂਚ ਜਿਹੜੀ ਪਈ ਹੈ। ਕਹਿੰਦਾ ਜਦੋਂ ਮੈਂ ਫਾਈਲਾਂ ਖੋਲਦਾ ਭਗਵੰਤ ਮਾਨ ਕਹਿੰਦਾ ਮੈਂ ਹੈਰਾਨ ਹੋ ਜਾਂਦਾ ਕਿ ਕੀ ਕੁਝ ਇਹਨਾਂ ਨੇ ਕੀਤਾ। ਤੇ ਇਹ ਬਿਆਨ ਉਸ ਦਿਨ ਆਉਂਦਾ ਆ ਜਿਸ ਦਿਨ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੁਣੀ ਪੂਰੀ ਜਿਸ ਤਰ੍ਹਾਂ ਉਹਨਾਂ ਨੇ ਰੌਲਾ ਪਾਇਆ ਹੁੰਦਾ ਕਿ ਅਸੀਂ ਇਹ ਗੱਠਜੋੜ ਦੇ ਖਿਲਾਫ ਹੈਗੇ ਆ, ਤਾਂ ਮੁੱਖ ਮੰਤਰੀ ਸਾਹਿਬ ਆਣ ਕੇ ਇੱਕ ਬਿਆਨ ਦਿੰਦੇ ਆ ਤੇ ਅਗਲੇ ਉਹ ਬਿਆਨਾਂ ਦੀ ਸ਼ਾਹੀ ਜਿਹੜੀ ਅਖਬਾਰਾਂ 'ਚ ਜੇ ਸੁੱਕਦੀ ਵੀ ਨਹੀਂ ਆ ਤਾਂ ਰਾਜਾ ਵੜਿੰਗ ਦਾ ਇਹ ਬਿਆਨ ਆ ਜਾਂਦਾ। ਇਸ ਦਾ ਅਰਥ ਇਹ ਵੀ ਜਾਂਦਾ ਕਿ ਸ਼ਾਇਦ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਘੁਰਕੀ ਵੱਜੀ ਆ ਉਹਦੇ ਅੰਤਰਗਤ ਹੀ ਜਿਹੜੇ ਆ ਰਾਜਾ ਵੜਿੰਗ ਦੇ ਜਿਹੜੇ ਸੁਰ ਆ ਉਹ ਬਦਲੇ ਆ। ਬਾਕੀ ਕਾਂਗਰਸ ਹਾਈ ਕਮਾਨ ਦਾ ਫੈਸਲਾ ਤਾਂ ਉਹ ਹੈ ਹੀ ਹੈ, ਉਹ ਤਾਂ ਪਹਿਲਾਂ ਵੀ ਰਾਜਾ ਨਵਜੋਤ ਸਿੰਘ ਸਿੱਧੂ ਹੁਣੀ ਕਹਿੰਦੇ ਰਹੇ ਨੇ, ਅਸੀਂ ਵੀ ਆਪਣੀ ਖਬਰਾਂ 'ਚ ਕਰਦੇ ਰਹੇ ਆ ਕਿ ਕਾਂਗਰਸ ਹਾਈ ਕਮਾਨ ਨੇ ਆਪਣੇ ਕਾਜ਼ ਨੂੰ ਦੇਖਣਾ, ਨਾ ਕਿ ਇਹਨਾਂ ਦੀਆਂ ਨਿੱਕੀਆਂ ਮੋਟੀਆਂ ਗੱਲਾਂ ਨੂੰ। ਇਹੋ ਕਾਂਗਰਸ ਆ ਜਿਹੜੀ ਦਿੱਲੀ ਆਰਡੀਨੈਂਸ ਦੇ ਸਬੰਧ ਦੇ ਵਿਰੋਧ ਵਿੱਚ ਵੀ ਆਮ ਆਦਮੀ ਪਾਰਟੀ ਦੇ ਨਾਲ ਖਲੋਣ ਨੂੰ ਤਿਆਰ ਨਹੀਂ ਸੀ ਤੇ ਆਪਣੀ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਜਾਂ ਇਹ ਲੀਡਰ ਕਹਿੰਦੇ ਸਨ ਕਿ ਅਸੀਂ ਆਪਣੀ ਨਾਰਾਜ਼ਗੀ ਜਿਹੜੀ ਪ੍ਰਗਟ ਕਰ ਰਹੇ ਹਾਂ, ਪਰ ਉਸ ਦੇ ਬਾਵਜੂਦ ਕਾਂਗਰਸ ਹਾਈਕਮਾਨ ਆਮ ਆਦਮੀ ਪਾਰਟੀ ਦੇ ਨਾਲ ਖਲੋਤੀ ਨਜ਼ਰ ਆਈ ਤੇ ਉਹੀ ਸਥਿਤੀਆਂ ਮਾਨ ਸਾਹਿਬ ਹੋਰ ਨੇ। ਸੋ ਰਾਜਾ ਵੜਿੰਗ ਦਾ ਇਹ ਜਿਹੜਾ ਬਿਆਨ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਬਿਆਨ ਆ ਕਿ ਅਗਲੇ ਦਿਨਾਂ 'ਚ ਗੱਠਜੋੜ ਸ਼ਾਇਦ ਹੋ ਜਾਊਗਾ ਤੇ ਕਾਂਗਰਸ ਇਕਾਈ ਜਿਹੜੀ ਪੰਜਾਬ ਦੀ ਸੀਟਾਂ ਦੀ ਵੰਡ ਨੂੰ ਲੈ ਕੇ ਚੁੱਪ ਹੀ ਰਹੇਗੀ ਜਾਂ ਨਾਲ ਚੱਲਣ ਨੂੰ ਮਜਬੂਰ ਹੋਵੇਗੀ। ਜੀ ਬਿਲਕੁਲ ਸਰ, ਵੀ ਇਹ ਤਾਂ ਗੱਠਜੋੜ ਚਲੋ ਹੋ ਜਾਏਗਾ ਜੀ ਜਿਸ ਤਰੀਕੇ ਨਾਲ ਤੁਸੀਂ ਐਨਾਲਿਸਿਸ ਕੀਤਾ ਹੈ, ਲੇਕਿਨ ਇੱਕ ਹੋਰ ਗੱਠਜੋੜ ਜਿਹਨੂੰ ਲੈ ਕੇ ਲਗਾਤਾਰ ਹਾਂ ਨਾ ਦੀ ਸਥਿਤੀ ਬਣੀ ਸੀ ਅਕਾਲੀ ਦਲ ਬੀਜੇਪੀ ਗੱਠਜੋੜ, ਲੇਕਿਨ ਉਹਦੇ ਪੂਰਮ ਵਿਰਾਮ ਲਾਉਂਦੇ ਹੋਏ ਅਕਾਲੀ ਦਲ ਦੇ ਵੱਲੋਂ ਸਾਰੀਆਂ ਸੀਟਾਂ ਦੇ ਉੱਪਰ ਤਕਰੀਬਨ ਆਪਣੇ ਜਿਹੜੇ ਹਲਕਾ ਇੰਚਾਰਜ ਨੇ ਉਹ ਥਾਪ ਦਿੱਤੇ ਨੇ, ਭਾਵ ਕਿ 2024 ਦੇ ਲਈ ਤਿਆਰੀਆਂ ਪੂਰੀਆਂ ਕਰ ਰਹੀਆਂ ਨੇ, ਕਮਰ ਕੱਸ ਲਈ ਹੈ। ਪਰ ਜਿਹੜੇ ਇਹ ਸੀਨੀਅਰ ਚਿਹਰੇ ਸੀਗੇ ਹਲਕਾ ਇੰਚਾਰਜ ਤਾਂ ਥਾਪ ਦਿੱਤੇ ਗਏ ਨੇ ਕਿ ਇਹ ਹਲਕਾ ਇੰਚਾਰਜ ਇਹ ਵੱਡੇ ਚਿਹਰੇ ਹੀ ਹੁਣ 2024 ਦੇ ਲਈ ਕੈਂਡੀਡੇਟ ਦੇ ਵਿੱਚ ਕਨਵਰਟ ਹੋ ਜਾਣਗੇ। ਕਿਵੇਂ ਦੇਖ ਰਹੇ ਹੋ ਕਿ ਇਹਨਾਂ ਜੋ ਚਿਹਰੇ ਕਿਉਂਕਿ ਸੀਨੀਅਰ ਨੇ ਤਾਂ ਸਾਰੇ ਜਿਹੜੇ ਚਿਹਰੇ ਥਾਪੇ ਗਏ ਨੇ ਹਲਕਾ ਇੰਚਾਰਜ ਉਹ ਸੀਨੀਅਰ ਚਿਹਰੇ ਨੇ ਜਿਨ੍ਹਾਂ ਤੋਂ ਜ਼ਿਆਦਾਤਰ ਇਲੈਕਸ਼ਨਾਂ ਲੜ ਵੀ ਚੁੱਕੇ ਨੇਗੇ, ਕਿ ਇਹ ਚਿਹਰੇ ਹੀ ਹੁਣ 2024 ਦੇ ਲਈ ਅਕਾਲੀ ਦਲ ਦੇ ਚਿਹਰੇ ਮੰਨ ਲਏ ਜਾਣ? ਮਾਨ ਸਾਹਿਬ ਬੜਾ ਮਹੱਤਵਪੂਰਨ ਪ੍ਰਸ਼ਨ ਜਿਹੜਾ ਤੁਸੀਂ ਕੀਤਾ। ਇਸ ਪ੍ਰਸ਼ਨ ਦੇ ਦੋ ਪੱਖ ਨੇ। ਇੱਕ ਪੱਖ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਅਕਾਲੀ ਭਾਜਪਾ ਗੱਠਜੋੜ ਬੀਤੇ ਲੰਮੇ ਸਮੇਂ 'ਚ ਸਾਂਝੇ ਤੌਰ ਤੇ ਸੀਟਾਂ ਜਿਹੜੀ ਚੋਣਾਂ ਉਹ ਲੜਦੇ ਰਹੇ ਨੇ, ਇੱਕ ਕਿਸਮ ਨਾਲ ਉਸ ਗੱਠਜੋੜ ਤੇ ਵਿਰਾਮ ਜਿਹੜਾ ਉਹ ਲੱਗਦਾ ਨਜ਼ਰ ਆਉਂਦਾ ਕਿਉਂਕਿ ਅਕਾਲੀ ਦਲ ਵੱਲੋਂ ਆਪਣੇ ਹਲਕਾ ਇੰਚਾਰਜ ਇਹ ਜਿਹੜੇ 13 ਨੇ ਉੱਥੇ ਐਲਾਨ ਦਿੱਤੇ ਗਏ ਆ। ਤੇ ਨਾਲ ਹੀ ਨਾਲ ਮੈਂ ਸੁਨੀਲ ਜਾਖੜ ਦੇ ਵੀ ਉਸ ਬਿਆਨ ਦੀ ਕੱਲ ਦੀ ਗੱਲ ਕਰਦਾ, ਜਿਹੜਾ ਸੁਨੀਲ ਜਾਖੜ ਦਾ ਇੱਕ ਬਿਆਨ ਆਇਆ ਕੱਲ, ਉਹਨਾਂ ਨੇ ਕਹਿਤਾ ਕਿ ਕਾਂਗਰਸ ਭਾਜਪਾ ਦੀ ਹਾਈ ਕਮਾਨ ਵੱਲੋਂ ਅਜੇ ਤੱਕ ਮੈਨੂੰ ਇਹ ਅਕਾਲੀਆਂ ਨਾਲ ਗੱਠਜੋੜ ਦੇ ਸੰਬੰਧੀ ਕੋਈ ਵੀ ਰਾਏ ਜਿਹੜੀ ਹੈ ਮੇਰੀ ਨਹੀਂ ਮੰਗੀ ਗਈ, ਇਸ ਕਰਕੇ ਮੈਂ ਇਹਦੇ ਸੰਬੰਧੀ ਕੋਈ ਵੀ ਗੱਲਬਾਤ ਜਿਹੜੀ ਆ ਉਹ ਨਹੀਂ ਕਰਨਾ ਚਾਹੁੰਦਾ। ਭਾਵ ਉਹਨਾਂ ਨੇ ਵੀ ਇੱਕ ਸੰਕੇਤ ਦੇ ਦਿੱਤਾ ਕਿ ਸ਼ਾਇਦ ਗੱਠਜੋੜ ਨਾ ਹੋਵੇ। ਬਾਕੀ ਰਾਜਨੀਤੀ 'ਚ ਬਹੁਤ ਸੰਭਾਵਨਾ ਨੇ ਸ਼ਾਇਦ ਕੁਝ ਹੋ ਵੀ ਅੱਗੇ ਪਲ ਹੋ ਸਕਦਾ, ਪਰ ਜੋ ਸਥਿਤੀਆਂ ਹੁਣ ਨੇ। ਤੁਹਾਡਾ ਪ੍ਰਸ਼ਨ ਜਿਹੜਾ ਸੀ ਅਕਾਲੀ ਦਲ ਵੱਲੋਂ ਜਿਹੜੇ ਲੋਕ ਸਭਾ ਹਲਕਾ ਇੰਚਾਰਜ ਜਿਹੜੇ ਐਲਾਨੇ ਗਏ ਨੇ ਉਹਨਾਂ ਦੇ ਸੰਬੰਧ ਵਿੱਚ ਹੈਗਾ, ਬਿਲਕੁਲ ਮਾਨ ਸਾਹਿਬ ਇਹਨਾਂ ਦੇ ਵਿੱਚ ਕੁਝ ਚਿਹਰੇ ਇਹੋ ਜਿਹੇ ਜਿਹੜੇ ਚਿਹਰੇ ਨੇ ਕਿ ਜਿਹੜੇ ਅਕਾਲੀ ਦਲ ਦੇ ਵਿੱਚ ਸੀਨੀਅਰ ਨੇਤਾ ਦੇ ਇੱਕ ਪ੍ਰਭਾਵਸ਼ਾਲੀ ਨੇਤਾ ਨੇ ਤੇ ਉਹਨਾਂ ਹਲਕਿਆਂ ਤੋਂ ਕਈ ਵਾਰ ਉਹ ਚੋਣ ਲੜ ਵੀ ਚੁੱਕੇ ਨੇ। ਸਭ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਦੀ ਗੱਲ ਕਰਦੀ ਹੈ, ਬਠਿੰਡੇ ਹਲਕੇ ਤੋਂ ਉਹ ਲੋਕ ਸਭਾ ਦੇ ਮੈਂਬਰ ਨੇ, ਉਹਨਾਂ ਨੂੰ ਉੱਥੇ ਹਲਕਾ ਇੰਚਾਰਜ ਜਿਹੜਾ ਉਹ ਲਾ ਦਿੱਤਾ ਗਿਆ। ਪ੍ਰੇਮ ਸਿੰਘ ਚੰਦੂ ਮਾਜਰਾ ਹੁਣ ਅਨੰਦਪੁਰ ਸਾਹਿਬ ਤੋਂ ਕਈ ਵਾਰੀ ਉਹਨਾਂ ਨੇ ਚੋਣ ਲੜੀ, ਉੱਥੋਂ ਹਲਕਾ ਇੰਚਾਰਜ ਉਹਨਾਂ ਨੂੰ ਲਾ ਦਿੱਤਾ ਗਿਆ। ਬਿਕਰਮ ਸਿੰਘ ਮਜੀਠੀਆ
ਖਡੂਰ ਸਾਹਿਬ ਹਲਕੇ ਤੋਂ ਉਹਨਾਂ ਨੂੰ ਇੰਚਾਰਜ ਜਿਹੜਾ ਲਾਤਾ ਗਿਆ, ਕਿਉਂਕਿ ਜਦੋਂ ਕਿ ਪਿਛਲੀਆਂ ਚੋਣਾਂ ਦੇ ਵਿੱਚ ਉੱਥੋਂ ਬੀਬੀ ਜਗੀਰ ਕੌਰ ਜਿੱਤੀ, ਉੱਥੋਂ ਚੋਣ ਲੜੀ ਸੀ ਅਕਾਲੀ ਦਲ ਦੀ ਟਿਕਟ ਤੇ ਬੀਬੀ ਜਗੀਰ ਕੌਰ ਨੇ ਕਲੀਅਰ ਕੱਟ ਇੰਨੀ ਗੱਲ ਕਹੀ ਸੀ ਕਿ ਮੈਨੂੰ ਹਰਾਉਣ ਦੇ ਵਿੱਚ ਬਿਕਰਮ ਸਿੰਘ ਮਜੀਠੀ ਦਾ ਵੱਡਾ ਹੱਥ ਆ। ਉਹਨਾਂ ਨੇ ਆ ਕੇ ਇਹ ਗੱਲ ਸਾਫ਼ ਗੱਲ ਕਹੀ ਸੀ। ਭਾਵ ਉਸ ਏਰੀਏ ਖਡੂਰ ਸਾਹਿਬ ਹਲਕੇ ਦੇ ਵਿੱਚ ਬਿਕਰਮ ਸਿੰਘ ਮਜੀਠੀ ਦਾ ਇੱਕ ਖਾਸਾ ਪ੍ਰਭਾਵ ਆ, ਉੱਥੋਂ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਉਹ ਲਾ ਦਿੱਤਾ ਗਿਆ, ਤਾਂ ਹੋ ਸਕਦਾ ਉਹ ਵੀ ਉੱਥੋਂ ਉਮੀਦਵਾਰ ਹੋਣ। ਦੂਜੇ ਪਾਸੇ ਅਨਲ ਜੋਸ਼ੀ ਜਿਹੜੇ ਨੇ ਅੰਮ੍ਰਿਤਸਰ ਤੋਂ, ਉਹ ਹਿੰਦੂ ਚਿਹਰਾ ਨੇ, ਉੱਥੇ ਉਹਨਾਂ ਨੂੰ ਜਿਹੜਾ ਹਲਕਾ ਇੰਚਾਰਜ ਲਾਤਾ, ਉਹ ਵੀ ਉੱਥੋਂ ਉਮੀਦਵਾਰ ਹੋ ਸਕਦੇ ਨੇ। ਡਾਕਟਰ ਸੁਖਵਿੰਦਰ ਸੁੱਖੀ ਜਿਹਨਾਂ ਨੇ ਜਲੰਧਰ ਦੀ ਜਿਮਨੀ ਚੋਣ ਪਿੱਛੇ ਲੜੀ ਆ, ਉਹਨਾਂ ਨੂੰ ਵੀ ਹੁਣ ਜਲੰਧਰ ਤੋਂ ਹੀ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਉਹ ਲਗਾ ਦਿੱਤਾ ਗਿਆ, ਚੋਣ ਲੜ ਸਕਦੇ ਆ। ਹਾਂ, ਲੁਧਿਆਣੇ ਦੇ ਵਿੱਚ ਉਹਨਾਂ ਨੇ 2 NK ਸ਼ਰਮਾ ਤੇ ਕੀਰਤ ਸਿੰਘ ਮਾਲਾ, ਜੇ ਮੇਰਾ ਨਾਮ ਗਲਤ ਰਹਾ, 2 ਉੱਥੇ ਦਿਹਾਤੀ ਤੇ ਸ਼ਹਿਰੀ 2 ਉਹਨਾਂ ਨੇ ਲਾਏ ਨੇ। ਹਾਲਾਂਕਿ ਹਲਕਾ ਉਹ ਇੱਕ ਹੀ ਆ, ਉੱਥੋਂ 2 ਇੰਚਾਰਜ ਲਾਏ ਨੇ, ਪਰ ਉੱਥੋਂ ਕਾਕਾ ਸੂਦ ਨਾਮਕ ਜਿਹੜੇ ਵਿਅਕਤੀ ਨੇ, ਸੁਖਬੀਰ ਸਿੰਘ ਬਾਦਲ ਨੇ ਅੱਜ ਤੋਂ 2 ਮਹੀਨੇ ਜਾਂ 4 ਮਹੀਨੇ ਪਹਿਲਾਂ ਹੀ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਉੱਥੋਂ ਐਲਾਨ ਦਿੱਤਾ ਸੀ। ਸੋ ਕਹਿਣ ਦਾ ਅਰਥ ਹੈ ਕਿ ਇਹਨਾਂ ਦੇ ਹਾਂ, ਦੂਸਰੇ ਪਾਸੇ ਗੁਲਜ਼ਾਰ ਸਿੰਘ ਰਣੀਕੇ ਗੁਰਦਾਸਪੁਰ ਤੋਂ, ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਗਿਆ। ਕਹਿਣ ਦਾ ਭਾਵ ਆ ਕਿ ਇਹਨਾਂ ਦੇ ਵਿੱਚੋਂ ਖਾਸ ਜਿਹੜੇ ਸਿਕੰਦਰ ਸਿੰਘ ਮਲੂਕਾ ਜਿਹੜੇ ਨੇ, ਉਹਨਾਂ ਨੂੰ ਮਾਫ ਕਰਦਾ ਫਰੀਦਕੋਟ ਤੋਂ ਉਹਨਾਂ ਨੂੰ ਹਲਕਾ ਇੰਚਾਰਜ ਜਿਹੜਾ ਲਾਇਆ ਹੈਗਾ। ਸੰਗਰੂਰ ਤੋਂ ਵੀ ਉਹਨਾਂ ਨੇ ਇਸੇ ਇਕਬਾਲ ਸਿੰਘ ਝੂੰਦਾ ਨੂੰ ਜਿਹੜਾ ਉੱਥੋਂ ਉਮੀਦਵਾਰ ਜਿਹੜਾ ਮਾਫ ਕਰਦਾ ਹਲਕਾ ਇੰਚਾਰਜ ਜਿਹੜਾ ਉਹਨਾਂ ਨੂੰ ਉੱਥੋਂ ਲਾ ਦਿੱਤਾ। ਸੋ ਇਹਨਾਂ ਦੇ ਵਿੱਚ ਕੁਝ ਚਿਹਰੇ ਅਜਿਹੇ ਨੇ ਜਿਹੜੇ ਅੱਜ ਤੇ ਹਲਕਾ ਇੰਚਾਰਜ ਨਹੀਂ, ਪਰ ਕੱਲ ਨੂੰ 2024 ਦੀਆਂ ਚੋਣਾਂ ਦੇ ਵਿੱਚ ਇਹੋ ਹੀ ਚਿਹਰੇ ਉਮੀਦਵਾਰ ਦੇ ਰੂਪ 'ਚ ਬਦਲਣ ਦੀ ਜਿਹੜੀ ਸੰਭਾਵਨਾ ਜਿਹੜੀ ਹੈਗੀ ਆ। ਕਹਿਣ ਦਾ ਭਾਵ ਕਿ ਇੱਕ ਤਰੀਕੇ ਨਾਲ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਜਿਹੜਾ ਟੇਢੇ ਤਰੀਕੇ ਨਾਲ ਇੱਕ ਕਿਸਮ ਨਾਲ ਉਹਨਾਂ ਨੇ ਕਰ ਦਿੱਤਾ ਹੈਗਾ। ਹੁਣ ਇਹ ਵੇਖਣਾ, ਕਿਉਂਕਿ ਅਕਾਲੀ ਭਾਜਪਾ ਗੱਠਜੋੜ ਕਿਸੇ ਵੀ ਸੂਰਤ ਵਿੱਚ ਅੱਜ ਦੀ ਤਰੀਕ ਤੱਕ ਹੁੰਦਾ ਨਜ਼ਰ ਜਿਹੜਾ ਨਹੀਂ ਆ ਰਿਹਾ। ਸੁਨੀਲ ਜਾਖੜ ਦਾ ਬਿਆਨ ਵੀ ਜਿਹੜਾ ਆ ਗਿਆ, ਤਾਂ ਦੂਸਰੇ ਪਾਸੇ ਹੁਣ ਅਕਾਲੀ ਦਲ ਇਸ ਚੋਣ ਨੂੰ ਲੈ ਕੇ ਆਪਣੇ ਕਮਰ ਕੱਸੇ ਜਿਹੜੇ ਨੇ 2024 ਦੀਆਂ ਚੋਣਾਂ ਨੂੰ ਲੈ ਕੇ ਕਮਰ ਕੱਸੇ ਉਹਨਾਂ ਨੇ ਕੱਸ ਲਏ ਆ, ਜਿਸ ਤਰੀਕੇ ਨਾਲ ਉਹਨਾਂ ਨੇ ਜਿਹੜਾ ਐਲਾਨ ਕਰ ਦਿੱਤਾ ਆ। ਹਾਂ, ਬਾਕੀ ਹੁਣ ਇਹ ਵੇਖਣਾ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਖੁਦ ਕਿਸੇ ਹਲਕੇ ਤੋਂ ਚੋਣ ਲੜਦੇ ਆ ਜਾਂ ਨਹੀਂ ਲੜਦੇ, ਇਹਦੇ ਉੱਤੇ ਵੀ ਜਿਹੜਾ ਫੋਕਸ ਆ ਉਹ ਜ਼ਰੂਰ ਬਣਿਆ ਰਹੇਗਾ। ਬਾਕੀ ਇਹ ਜਿਹੜੇ ਨਾਮ ਜਿਹੜੇ ਤੁਸੀਂ ਗਿਣਾਏ ਨੇ, ਇਹਨਾਂ ਦੇ ਵਿੱਚ ਉਹੀ ਚਿਹਰੇ ਨੇ ਜਿਹੜੇ ਕੱਲ ਨੂੰ ਸ਼ਾਇਦ, ਯਕੀਨਨ ਤੌਰ ਤੇ ਨਹੀਂ, ਸ਼ਾਇਦ ਉਹੋ ਹੀ ਲੋਕ ਸਭਾ ਉਮੀਦਵਾਰਾਂ ਦੇ ਰੂਪ ਦੇ ਵਿੱਚ ਐਲਾਨੇ ਜਾ ਸਕਦੇ ਨੇ ਜੀ। ਵੀ ਕੀਤੀ ਹੈ ਤੇ ਜਿਸ ਤਰੀਕੇ ਨਾਲ ਇਧਰ ਇਹਨਾਂ ਨੇ ਆਪਣੇ ਹਲਕਾ ਇੰਚਾਰਜ ਸਾਰੇ ਤਕਰੀਬਨ ਸਾਰੇ 11 ਹਲਕਿਆਂ ਦੇ ਵਿੱਚ ਹਲਕਾ ਇੰਚਾਰਜ ਥਾਪੇ ਨੇ, ਕਿਤੇ ਨਾ ਕਿਤੇ ਗੱਠਜੋੜ ਦੀ ਗੱਲ ਤਾਂ ਹੁਣ ਖਤਮ ਹੁੰਦੀ ਨਜ਼ਰ ਆ ਰਹੀ ਹੈ। ਲੇਕਿਨ ਜਿਸ ਤਰੀਕੇ ਨਾਲ ਸ਼ਾਇਦ ਸ਼ਬਦ ਤੁਸੀਂ ਵਰਤਿਆ ਸੀ ਵੀ ਸ਼ਾਇਦ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ, ਕਿਉਂਕਿ ਰਾਜਨੀਤੀ ਸਭ ਕੁਝ ਸੰਭਵ ਹੈ, ਆਉਣ ਵਾਲੇ ਦਿਨਾਂ 'ਚ ਸਭ ਕੁਝ ਕਲੀਅਰ ਹੁੰਦਾ ਹੋਇਆ ਨਜ਼ਰ ਆਏਗਾ। ਤੇ ਉਧਰ ਦੂਜੇ ਪਾਸੇ ਰਾਜਪਾਲ ਸਾਹਿਬ ਦੀ ਗੱਲ ਕਰੀਏ, ਕਿਉਂਕਿ ਜੇਕਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਗੱਲ ਕਰੀਏ ਤਾਂ ਭਗਵੰਤ ਮਾਨ ਦੇ ਨਾਲ ਕੋਈ ਬਹੁਤੇ ਸੁਖਾਵੇਂ ਸੰਬੰਧ ਨਹੀਂ। ਹੁਣ ਇਸ ਤਰ੍ਹਾਂ ਦੀ ਸਥਿਤੀ ਵੈਸਟ ਬੰਗਾਲ ਦੇ ਵਿੱਚ ਬਣ ਲੱਗੀ, ਕਿਉਂਕਿ ਉੱਥੇ ਵੀ ਰਾਜਪਾਲ ਦੇ ਵੱਲੋਂ ਇੱਕ ਗੁਪਤ ਚਿੱਠੀ ਲਿਖ ਦਿੱਤੀ ਗਈ ਹੈ, ਜਿਸ ਤੋਂ ਬਾਅਦ ਬੜਾ ਵੱਡਾ ਸਿਆਸੀ ਬਵਾਲ ਹੋ ਗਿਆ, ਘਸਮਾਨ ਮਚਿਆ ਉੱਥੇ। ਆਖਿਰ ਚਿੱਠੀ ਦੇ ਵਿੱਚ ਰਾਜਪਾਲ ਸਾਹਿਬ ਨੇ ਲਿਖ ਹੀ ਦਿੱਤਾ ਕੇਂਦਰ ਨੂੰ। ਮਾਨ ਸਾਹਿਬ ਬੜਾ ਮਹੱਤਵਪੂਰਨ ਪ੍ਰਸ਼ਨ ਕੀਤਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਬਨਵਾਰੀ ਲਾਲ ਪੁਰੋਹਿਤ ਅਤੇ ਭਗਵੰਤ ਮਾਨ ਦੇ ਵਿੱਚ ਟਕਰਾਓ ਜਿਹੜਾ ਉਹ ਚੱਲਦਾ ਪਿਆ ਆ, ਇਸੇ ਤਰੀਕੇ ਨਾਲ ਹੀ ਇਹ ਕੋਈ ਪਹਿਲੀ ਵਾਰੀ ਵਰਤਾਰਾ ਨਹੀਂ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਗਵਰਨਰ ਔਰ ਉੱਥੋਂ ਦੇ ਮੁੱਖ ਮੰਤਰੀ ਦੇ ਵਿਚਕਾਰ ਜਾਂ ਸਰਕਾਰ ਦੇ ਵਿਚਕਾਰ ਟਕਰਾਅ ਹੋਇਆ ਹੋਵੇ। ਉੱਥੇ ਵੀ ਇੱਕ ਲੰਮਾ ਇਤਿਹਾਸ ਹੈਗਾ ਤੇ ਪੱਛਮੀ ਬੰਗਾਲ ਦੀ ਸਰਕਾਰ ਹਮੇਸ਼ਾ ਇਹ ਇਲਜ਼ਾਮ ਲਾਉਂਦੀ ਰਹੀ ਆ ਕਿ ਕੇਂਦਰ ਸਰਕਾਰ ਜਿਹੜੀ ਆ ਇਹਨਾਂ ਆਪਣੇ ਗਵਰਨਰਾਂ ਜਾਂ ਰਾਜਪਾਲਾਂ ਦੇ ਰਾਹੀਂ ਉਹਨਾਂ ਦੇ ਕੰਮ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਕਰਦੀ ਹੈ। ਹੁਣ ਖਾਸ ਤੌਰ ਤੇ ਪੱਛਮੀ ਬੰਗਾਲ 'ਚ ਸਿੱਖਿਆ ਨੂੰ ਲੈ ਕੇ ਬੜਾ ਵੱਡਾ ਵਾਦ ਵਿਵਾਦ ਜਿਹੜਾ ਉਹ ਚੱਲਦਾ ਪਿਆ। ਗਵਰਨਰ ਸਾਹਿਬ ਉੱਥੋਂ ਦੀ ਯੂਨੀਵਰਸਿਟੀਆਂ ਦੇ ਵਿੱਚ ਜੋ ਬਕੌਲ ਉਹਨਾਂ ਦਾ ਪੱਖ ਤੋਂ ਕਿ ਉੱਥੋਂ ਦੀਆਂ ਯੂਨੀਵਰਸਿਟੀਆਂ ਦਾ ਸਿਆਸੀਕਰਨ ਹੋ ਚੁੱਕਾ, ਗੁੰਡਾਗਰਦੀ ਜਿਹੜੀ ਵੱਧ ਰਹੀ ਆ, ਯੂਨੀਵਰਸਿਟੀਆਂ ਦੇ ਵਿੱਚ ਵਿਦਿਅਕ ਦਾ ਜਿਹੜਾ ਮਾਹੌਲ ਆ ਉਹ ਨਹੀਂ ਹੈਗਾ, ਤੇ ਉੱਥੇ ਉਹਨਾਂ ਦੀ ਖਾਸ ਜਿਹੜੀ ਅਪਰੋਚ ਆ ਉਹ ਯੂਨੀਵਰਸਿਟੀਆਂ ਦੇ ਸੰਦਰਭ 'ਚ ਵਾਈਸ ਚਾਂਸਲਰ ਨੂੰ ਲਾਉਣ ਜਾਂ ਨਾ ਲਾਉਣ ਦੇ ਸੰਬੰਧ ਵਿੱਚ ਗਵਰਨਰ ਸਾਹਿਬ ਦੀ ਜਿਹੜੀ ਰਹੀ ਆ। ਤੇ ਦੂਜੇ ਪਾਸੇ ਜਦੋਂ ਕਿ ਰਾਜ ਸਰਕਾਰ ਇਹ ਇਲਜ਼ਾਮ ਲਾਉਂਦੀ ਹੈ ਕਿ ਗਵਰਨਰ ਸਾਹਿਬ ਤੇ ਕਿ ਹਾਂ ਵੀ ਗਵਰਨਰ ਸਾਹਿਬ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਕਰਦੇ ਆ, ਸਿੱਖਿਆ ਸੰਸਥਾਵਾਂ ਨੂੰ ਖਤਮ ਕਰ ਰਹੇ ਆ, ਖਾਸ ਤੌਰ ਤੇ ਉਹਨਾਂ ਦੀ ਵਿਦਿਅਕ ਪ੍ਰਣਾਲੀ ਨੂੰ ਖਤਮ ਕਰਨ ਦੇ ਯਤਨਾਂ 'ਚ ਨੇ ਕਿ ਜਿਹੜੀ ਵਿਦਿਆ ਉਹ ਉਹਨਾਂ ਵੱਲੋਂ ਰਾਜ ਸਰਕਾਰ ਪੱਛਮੀ ਬੰਗਾਲ 'ਚ ਜਿਹੜੀ ਦਿੱਤੀ ਜਾ ਰਹੀ ਹੈ। ਹੁਣ ਇੱਕ ਨਵਾਂ ਬਵਾਲ ਜਿਹੜਾ ਇਕੱਠਾ ਮਤਲਬ ਸ਼ੁਰੂ ਹੋਇਆ, ਕਹਿੰਦੇ ਨੇ ਕਿ ਬੀਤੀ ਐਤਵਾਰ ਦੀ ਸ਼ਨੀਵਾਰ ਔਰ ਐਤਵਾਰ ਦੀ ਰਾਤ ਨੂੰ ਗਵਰਨਰ ਸਾਹਿਬ ਵੱਲੋਂ 2 ਚਿੱਠੀਆਂ ਜਿਹੜੀਆਂ ਨੇ ਉਹ ਗੁਪਤ ਚਿੱਠੀਆਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ ਨੇ, ਭੇਜੀਆਂ ਗਈਆਂ ਨੇ। ਇੱਕ ਚਿੱਠੀ ਉਹਨਾਂ ਨੇ ਕੇਂਦਰ ਸਰਕਾਰ ਨੂੰ ਭੇਜੀ ਆ ਤੇ ਇੱਕ ਸੂਬਾ ਸੈਕਟਰੀ ਨੂੰ ਜਿਹੜੀ ਭੇਜੀ ਆ। ਤੇ ਜਦੋਂ ਗਵਰਨਰ ਸਾਹਿਬ ਦੇ ਮੁੱਖ ਦਫ਼ਤਰ ਵੱਲੋਂ ਪੁੱਛਿਆ ਉਹਦਾ ਖੁਲਾਸਾ ਚਿੱਠੀਆਂ ਵਿੱਚ ਕੀ ਲਿਖਿਆ, ਤਾਂ ਉਹਨਾਂ ਨੇ ਕਿਹਾ ਕਿ ਇਸ ਦਾ ਖੁਲਾਸਾ ਤਾਂ ਹੁਣ ਕੇਵਲ ਤੇ ਕੇਵਲ
ਗਵਰਨਰ ਸਾਹਿਬ ਹੀ ਕਰ ਸਕਦੇ ਆ, ਕਿਉਂਕਿ ਇਹ ਚਿੱਠੀਆਂ ਗੁਪਤ ਰੂਪ ਦੇ ਵਿੱਚ ਸੀਕ੍ਰੇਟ ਉੱਤੇ ਲਿਖ ਕੇ ਇਹ ਭੇਜੀਆਂ ਗਈਆਂ ਨੇ। ਹੁਣ ਉਹਨਾਂ ਚਿੱਠੀਆਂ ਦੇ ਵਿੱਚ ਆਮ ਤੌਰ ਤੇ ਤਾਂ ਇਹੋ ਹੀ ਸਮਝਿਆ ਜਾ ਰਿਹਾ ਕਿ ਗਵਰਨਰ ਸਾਹਿਬ ਨੂੰ ਜੋ ਯੂਨੀਵਰਸਿਟੀ ਦਾ ਸਿਆਸੀਕਰਨ ਹੋ ਰਿਹਾ, ਜਾਂ ਜਿਸ ਤਰੀਕੇ ਨਾਲ ਇਹਦੇ ਸੰਦਰਭ ਦੇ ਵਿੱਚ ਉੱਥੇ ਗੁੰਡਾਗਰਦੀ ਵੱਧ ਰਹੀ, ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਵਰਨਰ ਇਹ ਗੱਲ ਕਹਿੰਦੇ ਨੇ ਕਿ ਨਸ਼ੇ ਦਾ ਮੁੱਦਾ ਬੜਾ ਭਾਰੂ ਆ, ਉੱਥੇ ਯੂਨੀਵਰਸਿਟੀਆਂ ਦੇ ਮੁੱਦੇ ਨੂੰ ਲੈ ਕੇ ਗਵਰਨਰ ਜਿਹੜੇ ਚਿੰਤਤ ਨੇ, ਤੇ ਇਸ ਆਧਾਰ ਤੇ ਉਹਨਾਂ ਨੇ ਇੱਕ ਚਿੱਠੀ ਜਿਹੜੀ ਆ ਉਹ ਭੇਜੀ ਆ। ਹੁਣ ਚਿੱਠੀ ਦੇ ਵਿੱਚ ਲਿਖਿਆ ਕਿ ਇਹ ਤਾਂ ਸਿਰਫ ਗਵਰਨਰ ਸਾਹਿਬ ਜਾਣਦੇ ਨੇ, ਤੇ ਜਾਂ ਫਿਰ ਹੁਣ ਕੇਂਦਰ ਸਰਕਾਰ ਜਾਣੂਗਾ। ਪਰ ਇਹ ਚਿੱਠੀ ਦੀ ਜਦੋਂ ਖਬਰ ਪਹੁੰਚਦੀ ਆ ਤਾਂ ਸਾਰੇ ਪਾਸੇ ਉੱਥੇ ਸਿਆਸੀ ਭੁਆਲ ਜਿਹੜਾ ਉਹ ਮੱਚ ਜਾਂਦਾ। ਜਿਹੜੇ ਤ੍ਰਿਣਮੂਲ ਕਾਂਗਰਸ ਦੇ ਵਿਅਕਤੀ ਨੇ ਉਹ ਇਹ ਇਲਜ਼ਾਮ ਲਾ ਰਹੇ ਨੇ ਕਿ ਗਵਰਨਰ ਸਾਹਿਬ ਭਾਜਪਾ ਕੋਲੋਂ ਕੋਈ ਉੱਚ ਹਵਾ ਲੈਣ ਵਾਸਤੇ ਜਾਂ ਕੋਈ ਹੋਰ ਚੀਜ਼ ਆਪਣਾ ਮਾਨ ਸਨਮਾਨ ਵਧਾਉਣ ਵਾਸਤੇ ਉਹਨਾਂ ਨੇ ਇਹ ਜਿਹੜੀ ਚਿੱਠੀ ਲਿਖੀ ਆ। ਪਰ ਦੂਜੇ ਪਾਸੇ ਗਵਰਨਰ ਸਾਹਿਬ ਨੇ ਇਹ ਗੱਲਾਂ ਤੋਂ ਸਾਫ਼ ਇਨਕਾਰ ਕੀਤਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋ ਰਿਹਾ। ਸੋ ਇੱਕ ਪਾਸੇ ਦਾ ਫਿਰ ਮਾਨ ਸਾਹਿਬ ਇਹ ਗੱਲ ਸਾਫ਼ ਸਪਸ਼ਟ ਤੌਰ ਤੇ ਨਜ਼ਰੀ ਆਉਂਦੀ ਹੈ ਕਿ ਭਾਜਪਾ ਜਿਹੜੀ ਆ ਆਪਣੇ ਗਵਰਨਰਾਂ ਦੇ ਰਾਹੀਂ ਰਾਜ ਸਰਕਾਰਾਂ ਨੂੰ ਕੰਮ ਕਰਨ ਦੇ ਵਿੱਚ ਅੜਿੱਕਾ ਜ਼ਰੂਰ ਪਾਉਂਦੀ ਹੈ, ਚਾਹੇ ਉਹ ਪੰਜਾਬ ਹੋਵੇ, ਚਾਹੇ ਉਹ ਮਹਾਰਾਸ਼ਟਰ ਹੋਵੇ, ਤੇ ਚਾਹੇ ਉਹ ਪੱਛਮੀ ਬੰਗਾਲ ਹੋਵੇ। ਪਰ ਇਹ ਜਿਹੜੀ ਚਿੱਠੀ ਰਾਜਪਾਲ ਵੱਲੋਂ ਜਿਹੜੀ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਗੁਪਤ ਰੂਪ 'ਚ ਲਿਖੀ ਗਈ ਆ, ਪੱਛਮੀ ਬੰਗਾਲ ਦੀ ਸਿਆਸਤ ਦੇ ਵਿੱਚ ਇਸ ਨੇ ਜ਼ਰੂਰ ਜਿਹੜਾ ਭੁਚਾਲ ਲੈ ਆਂਦਾ, ਤੇ ਜਿਸ ਦਾ ਪ੍ਰਭਾਵ ਆਉਂਦੇ ਦਿਨਾਂ 'ਚ ਕੌਮੀ ਰਾਜਨੀਤੀ ਤੇ ਵੀ ਪੈ ਸਕਦਾ ਹੈ। ਜੀ ਬਿਲਕੁਲ ਸਰ, ਬਿਲਕੁਲ ਬੜਾ ਅਹਿਮ ਇਹ ਆਪਾਂ ਕਹਿ ਸਕਦੇ ਹਾਂ ਮੁੱਦਾ, ਕਿਉਂਕਿ ਜਿੱਥੇ ਪੰਜਾਬ ਦੇ ਵਿੱਚ ਹਾਲਾਤ ਗਵਰਨਰ ਸਾਹਿਬ ਦੇ ਨਾਲ ਮੁੱਖ ਮੰਤਰੀ ਦੇ ਸੁਖਾਵੇ ਨਹੀਂ, ਉੱਥੇ ਹੁਣ ਆਪਾਂ ਕਹਿ ਸਕਦੇ ਕਿ ਪੱਛਮੀ ਬੰਗਾਲ ਵੀ ਉਸੇ ਤਰਜ਼ ਦੇ ਉੱਪਰ ਕੰਮ ਕਰਦਾ ਨਜ਼ਰ ਆ ਰਿਹਾ। ਤੇ ਦੂਸਰੇ ਪਾਸੇ ਇੱਕ ਅਹਿਮ ਬਿਆਨ RSS ਮੁਖੀ ਮੋਹਨ ਭਾਗਵਤ, ਉਹਨਾਂ ਨੇ ਕਿਹਾ ਵੀ ਸਮਾਜ ਦੇ ਟੁਕੜੇ ਕਰ ਦੇਣ ਵਾਲੀਆਂ ਸ਼ਕਤੀਆਂ ਦੁਨੀਆ ਦੇ ਲਈ ਬੜਾ ਖਤਰਾ ਨੇ। ਇਹ ਬਿਆਨ ਉਹਨਾਂ ਨੇ ਦਿੱਤਾਗਾ ਪੰਜਾਬ ਦੇ ਵਿੱਚ ਨਾਮਧਾਰੀ ਸੰਪਰਦਾਇ ਹੈ ਜੋ ਉਹਨਾਂ ਦੇ ਇੱਕ ਸਮਾਗਮ ਦੇ ਵਿੱਚ ਕੱਲ RSS ਦੇ ਮੁਖੀ ਮੋਹਨ ਭਾਗਵਤ ਪੁੱਜੇ ਸੀ, ਉੱਥੇ ਬਿਆਨ ਦਿੱਤਾ ਹੈ। ਤਾਂ ਸਭ ਤੋਂ ਅਹਿਮ ਗੱਲ ਇਹ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਇਸ ਗੇੜੀ ਦੇ ਮਾਇਨੇ ਕੀ ਨੇ। RSS ਮੁਖੀ ਪੰਜਾਬ ਪੁੱਜੇ ਨੇ, ਬਿਆਨ ਦਿੱਤੇ ਆ ਕੇ, ਚਾਹੇ ਬਿਆਨ ਸਮਾਜ ਦੇ ਲਈ ਦਿੱਤਾ ਹੈ, ਲੇਕਿਨ ਉਹਨਾਂ ਦੀ ਗੇੜੀ ਦੇ ਮਾਇਨੇ ਕੀ ਕੱਢੇ ਜਾਣ, ਕੀ ਅਰਥ ਹੋ ਸਕਦੇ ਨੇ ਪੰਜਾਬ ਫੇਰੀ ਦੇ। ਮਾਨ ਸਾਹਿਬ ਮੋਹਨ ਭਾਗਵਤ ਦੀ ਜਿਹੜੀ ਇਹ ਪੰਜਾਬ ਵਿੱਚ ਬਹੁਤ ਅਸੀਂ ਕਹਿ ਸਕਦੇ ਘੱਟ ਫੇਰੀਆਂ ਦੇ ਵਿੱਚੋਂ ਇੱਕ ਫੇਰੀ ਹੈਗੀ ਹੈ। ਆਮ ਤੌਰ ਤੇ ਮੈਂ ਜਿੱਦ ਤੱਕ ਮੈਨੂੰ ਯਾਦ ਆ ਕਿ ਬਹੁਤ ਘੱਟ RSS ਦੇ ਮੁਖੀਆਂ ਨੇ ਪੰਜਾਬ ਦੇ ਵਿੱਚ ਜਿਹੜਾ ਕੀੜਾ ਕਦੇ ਮਾਰਿਆ ਹੋਵੇ। ਪਰ ਹੁਣ ਜਦੋਂ ਕਿ 2024 ਦੀਆਂ ਚੋਣਾਂ ਬਿਲਕੁਲ ਸਿਰ ਤੇ ਖੜੀਆਂ ਨੇ ਤੇ RSS ਦੇ ਮੁਖੀ ਦਾ ਆਉਣਾ ਤੇ ਖਾਸ ਤੌਰ ਤੇ ਭੈਣੀ ਸਾਹਿਬ ਨਾਮਧਾਰੀ ਸੰਪਰਦਾ ਦੇ ਹੈੱਡਕੁਆਟਰ ਵਿੱਚ ਪਹੁੰਚਣਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸੰਕੇਤ ਆ ਕਿ ਬੜੇ ਵੱਡੇ ਪੱਧਰ ਤੇ RSS ਇਸ ਸਿਆਸੀ ਜੰਗ ਨੂੰ ਜਿਹੜੀ 2024 ਚ ਲੜੀ ਜਾਣੀ ਆ ਬੜੇ ਵਿਉਂਤਬੱਧ ਤਰੀਕੇ ਨਾਲ ਉਹ ਲੜਨ ਦੇ ਮੂਡ 'ਚ ਹੈਗੀ ਹੈ। ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਭੈਣੀ ਸਾਹਿਬ ਨਾਮਧਾਰੀ ਸੰਸਥਾ ਜਿਹੜੀ ਇਹੋ ਜਿਹੀ ਆ ਕਿ ਜਿਨ੍ਹਾਂ ਦੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਜਿਨ੍ਹਾਂ ਦੇ ਸੰਬੰਧ ਰਹੇ ਨੇ, ਖਾਸ ਤੌਰ ਤੇ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਉੱਥੇ ਫੇਰੀ ਜਿਹੜੀ ਵੱਜਦੀ ਰਹੀ ਹੈ, ਜਦੋਂ ਕਿ ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ ਵੀ ਉਸ ਨਾਮਧਾਰੀ ਸੰਸਥਾ ਸਤਿਗੁਰ ਜਗਜੀਤ ਸਿੰਘ ਹੋਣਾ ਨਾਲ ਪੂਰੇ ਸੰਬੰਧ ਜਿਹੜੇ ਰਹੇ ਨੇ। ਭਾਵ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਨਾਲ ਹਮੇਸ਼ਾ ਭੈਣੀ ਸਾਹਿਬ ਸੰਸਥਾ ਸੰਪਰਦਾ ਨੇ ਆਪਣੇ ਸੰਬੰਧ ਸਖਾਵੇਂ ਬਣਾ ਕੇ ਰੱਖੇ ਨੇ, ਕਿਸੇ ਉਹ ਇੱਕ ਧਿਰ ਦੇ ਨਾਲ ਕਦੀ ਚੱਲ ਕੇ ਚੱਲੇ ਨਹੀਂ। ਪਰ ਇਸ ਸਭ ਕਾਸੇ ਦੇ ਵਿੱਚ ਕਦੇ ਵੀ BJP ਦਾ ਕੋਈ ਲੀਡਰ ਜਿਹੜਾ ਵੱਡਾ ਲੀਡਰ, ਕਿਉਂਕਿ ਪੰਜਾਬ ਦੇ ਵਿੱਚ ਹਮੇਸ਼ਾ ਅਕਾਲੀ ਭਾਜਪਾ ਗੱਠਜੋੜ ਰਿਹਾ, ਅਕਾਲੀ ਭਾਜਪਾ ਗੱਠਜੋੜ ਦੇ ਦਰਮਿਆਨ ਅਕਾਲੀ ਦਲ ਨੇ ਭਾਜਪਾ ਦੇ ਕਈ ਲੀਡਰ ਨੂੰ ਇਹਨਾਂ ਤਾਂ ਹੀ ਨਹੀਂ ਹੋਣ ਦਿੱਤਾ ਕਿ ਜਿਸ ਦਾ ਕੱਦ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਰਾਬਰ ਹੋਵੇ। ਤਾਂ ਇਹੋ ਜਿਹੀ ਸਥਿਤੀ ਦੇ ਵਿੱਚ ਹੁਣ RSS ਦਾ ਉੱਥੇ RSS ਦੇ ਮੁਖੀ ਦਾ ਉੱਥੇ ਜਾਣਾ, ਮੋਹਨ ਭਾਗਵਤ ਦਾ ਨਾਮਧਾਰੀ ਸੰਪਰਦਾ ਦੇ ਭੈਣੀ ਸਾਹਿਬ ਵਿਖੇ ਜਾਣਾ ਆਪਣੇ ਆਪ ਦੇ ਵਿੱਚ ਹੀ ਇੱਕ ਸੰਕੇਤ ਆ ਕਿ ਭਾਜਪਾ ਜਿਹੜੀ ਕਿਸ ਤਰੀਕੇ ਦੇ ਨਾਲ ਆਪਣਾ ਫੈਲਾਵ ਉਹਨਾਂ ਧਾਰਮਿਕ ਸੰਸਥਾਵਾਂ ਦੇ ਨਾਲ ਵੀ ਸੰਬੰਧ ਸਥਾਪਿਤ ਕਰ ਰਹੀ ਆ, ਜਿਨ੍ਹਾਂ ਸੰਸਥਾਵਾਂ ਦਾ ਸੰਬੰਧ ਬੀਤੇ ਦਿਨਾਂ 'ਚ ਵੱਖ-ਵੱਖ ਖਾਸ ਤੌਰ ਤੇ ਖੇਤਰੀ ਪਾਰਟੀ ਪ੍ਰਕਾਸ਼ ਸਿੰਘ ਬਾਦਲ ਜਾਂ ਹੋਰ ਨੇਤਾਵਾਂ ਦੇ ਰਿਹਾ, ਤੇ ਕਿਸ ਤਰੀਕੇ ਨਾਲ ਚੋਣਾਂ ਦੇ ਵਿੱਚ ਇਹ ਉਹਨਾਂ ਦੀ ਸਹਾਇਤਾ ਜਿਹੜੀ ਕਰਦੇ ਰਹੇ ਨੇ। ਮੈਂ ਇਹ ਵੀ ਗੱਲ ਇੱਕ ਕਲੀਅਰ ਕਰਦਾ ਕਿ ਅੱਜ ਤੱਕ ਕਦੇ ਵੀ ਭੈਣੀ ਸਾਹਿਬ ਨਾਮਧਾਰੀ ਸੰਪਰਦਾ ਨੇ ਕਦੇ ਕਲੀਅਰ ਕੱਟ ਤਰੀਕੇ ਤੇ ਆਣ ਕੇ ਐਲਾਨ ਨਹੀਂ ਕੀਤਾ ਕਿ ਚੋਣਾਂ 'ਚੋਂ ਕਿਸ ਪਾਰਟੀ ਨੂੰ ਹਮਾਇਤ ਦੇਣਗੇ ਜਾਂ ਕਿਸ ਪਾਰਟੀ ਨੂੰ ਹਮਾਇਤ ਨਹੀਂ ਦੇਣਗੇ। ਪਰ ਇਸ ਸਭ ਦੇ ਬਾਵਜੂਦ ਉਹਨਾਂ ਦੇ ਸੰਬੰਧ ਜਿਹੜੇ ਨੇ ਸਾਰੇ ਨੇਤਾਵਾਂ ਨਾਲ ਚੰਗੇ ਰਹੇ ਨੇ, ਤੇ ਜਿਨ੍ਹਾਂ ਦੇ ਵਿੱਚੋਂ ਭਾਜਪਾ ਹਮੇਸ਼ਾ ਮੰਨਫੀ ਰਹੀ ਆ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਉਸ ਖੱਪੇ ਨੂੰ ਭਰਨ ਵਾਸਤੇ ਹੀ ਮੋਹਨ ਭਾਗਵਤ ਜੀ ਦਾ ਇਹ ਪੰਜਾਬ ਫੇਰੀ ਤੇ ਖਾਸ ਤੌਰ ਤੇ ਨਾਮਧਾਰੀ ਸੰਪਰਦਾ ਦੇ ਵਿੱਚ ਜਾ ਕੇ ਸ਼ਾਮਲ ਹੋਣਾ ਆਪਣੇ ਆਪ ਵਿੱਚ ਹੀ ਭਾਜਪਾ ਦੇ ਫੈਲਾਅ ਨੂੰ ਪੈਦਾ ਕਰਨਾ ਹੈ। ਜੀ ਬਿਲਕੁਲ ਸਰ, ਬਿਲਕੁਲ। ਲੇਕਿਨ ਆਪਾਂ ਇਹ ਪਰ ਕਹਿ ਸਕਦੇ ਹਾਂ ਕਿ BJP ਜਿਸ ਤਰੀਕੇ ਨਾਲ ਉਹਨਾਂ ਨੇ ਇਕੱਲੇ ਲੜਨ ਦਾ ਐਲਾਨ ਕੀਤਾ ਹੋਇਆਗਾ, ਗੱਠਜੋੜ ਦੀ ਗੱਲ ਨਹੀਂ ਕਰਦੇ। ਸੋ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਵੀ ਹੁਣ ਹਰ ਸ਼ਾਮ ਧਾਮ ਦੰਡ ਭੇਦ ਇੱਥੇ ਪੰਜਾਬ ਦੇ ਵਿੱਚ ਹੋਏਗਾ, ਜਿਸ ਦੇ ਤਹਿਤ ਲੱਗਦਾ ਵੀ ਸ਼ਾਇਦ ਭਾਗਵਤ ਸਾਹਿਬ ਵੀ
ਪੰਜਾਬ ਦੀ ਗੇੜੀ ਦੇ ਉੱਪਰ ਇੱਕ ਵੱਡੀ ਸੰਪਰਦਾਇ ਨੂੰ ਮਿਲਣ ਦੇ ਲਈ ਪਹੁੰਚੇ ਨੇ ਉਹਨਾਂ ਦੇ ਸਮਾਗਮ ਦੇ ਵਿੱਚ। ਸੋਨਕੀ ਸਾਹਿਬ, ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਪੁੱਜੇ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਮਾਨ ਸਾਹਿਬ। ਸੋ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਵੱਲੋਂ ਅੱਜ ਦੀਆਂ ਇਹਨਾਂ ਅਹਿਮ ਖਬਰਾਂ ਦੇ ਵਿੱਚ ਵਿਸਤਾਰ ਦੇ ਨਾਲ ਚਰਚਾ ਕੀਤੀ ਗਈ ਹੈ। ਤੁਹਾਨੂੰ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਸਾਡੀ ਹੋਏਗੀ ਮੁਲਾਕਾਤ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।